साहिब जी कृपा करो दीन के दाते। मेरा गुण अवगन ना विचारहो कोई। माटी का क्या तो पै स्वामी मानस की गत एही। वाहिगुरु साहिब जी श्लोक। पवन गुरु पानी पिता माता तरत महत। दिवस रात दोए दाई दाया खेलै सगल जगत। चंगियाइयां बुरियाइयां वाचै धर्म हदूर। करमी आपो आपनी के नेड़े के दूर। जिन्नी नाम त्याया गए मशक्कत काल। नानक ते मुख उजले खेती छुट्टी नाल। नानक ते मुख उजले खेती छुट्टी नाल। परम सन्मान योग सतगुरां दी पावन पवित्र हजूरी विच जुड़ बैठे सत संगी जनों, आप जी वडभागे हो। ਅੰਮ੍ਰਿਤ ਵੇਲੇ ਦੇ ਸਜੇ ਇਹਨਾਂ ਦੀਵਾਨਾਂ ਦੇ ਅੰਦਰ ਜਿੱਥੇ ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਕੀਰਤਨ ਆਪ ਜੀ ਨੇ ਸ਼ਰਵਨ ਕੀਤੇ, ਉੱਥੇ ਜੁੜ ਬੈਠੇ ਹੋ। ਅੰਮ੍ਰਿਤ ਬਾਣੀ ਜਪਜੀ ਸਾਹਿਬ ਦੀ ਕਥਾ ਵਿਚਾਰ ਸ਼ਰਵਨ ਕਰਨ ਦੇ ਲਈ ਅੱਜ ਆਪ ਜੀ ਨੇ जपजी साहिब का जो अंतला श्लोक है पवन गुरु पानी पिता श्रवण किया। इस श्लोक दे नाल अज जपजी साहिब बाणी की संपूर्णता है। कि मेरे पातशाह जी ने उपदेश बख्शिया है कि रहमतां साडे ते कीतियां हन। साहिबां दियां रहमतां दे नाल ये अज विचारण का यतन करना है। आप जी ने कृपा करनी विचारां दी आरंभता तो पहलां अपनियां मनोवृत्तियां नूं करो एकागर, रसना नूं करो पवित्र, करो गुरफतेह दी सांझ। वाहिगुरु जी का खालसा वाहिगुरु जी की फतेह। इस अमृतमयी बाणी दे अंदर जिथे गुरु नानक साहब सच्चे पातशाह जी ने बड़ियां रहमतां साडे ते कीतियां, बड़े इस तरह के सवाल जिहड़े मन दे अंदर वार वार पैदा हुंदे ने, उन्हां सवालों के जवाब इस बाणी ने दे दिते। इस बाणी ने सानू समझा दिता भलिया कि सब कुछ उस परमात्मा दे हथ दे अंदर है, किसी होर दे हथ विच नहीं। वो जो चाहे वो कर सकदा है। पैदा करना भी उहदे हथ विच है, पालना भी उहदे हथ दे अंदर, नाश करना भी उहदे हथ दे अंदर है। ते सब तो वड्डी गल कि अपनियां रहमतां दे नाल अपने नाल मेल लैना भी उहदे हथ दे विच है, किसी होर कोल कुछ भी नहीं है।
ਇਹ ਬਾਣੀ ਦੀਆਂ ਜਿਹੜੀਆਂ ਪੰਕਤੀਆਂ ਆਪਾਂ ਪੜ੍ਹਦੇ ਆ ਨਾ, ਦਾਤੈ ਦਾਤ ਰੱਖੀ ਹੱਥ ਆਪੁਨੇ, ਇਹ ਦਾਤ ਉਸ ਦਾਤੇ ਨੇ ਆਪਣੇ ਹੱਥ ਦੇ ਅੰਦਰ ਰੱਖੀ ਏ, ਜਿਸ ਭਾਵੈ ਤਿਸ ਦੇ, ਜਿਹੜਾ ਉਹਨੂੰ ਭਾ ਗਿਆ ਉਹਦੀ ਝੋਲੀ ਦੇ ਅੰਦਰ ਉਹਨੇ ਇਹ ਦਾਤ ਪਾ ਦਿੱਤੀ। ਸਭ ਕੁਝ ਉਹਦੇ ਹੱਥ ਹੈ, ਕਿਸੇ ਹੋਰ ਦੇ ਹੱਥ ਕੁਝ ਵੀ ਨਹੀਂ। ਇਸ ਬਾਣੀ ਦੇ ਅੰਦਰ ਇੱਕ ਓੰਕਾਰ ਤੋਂ ਆਰੰਭ ਤੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੇ ਮੁਖ ਉਜਲੇ ਤੇ ਨਾਲ ਇਹ ਬਚਨ ਵੀ ਕਹਿ ਦਿੱਤੇ, ਕੇਤੀ ਛੁੱਟੀ ਨਾਲ। ਉਸ ਇੱਕ ਓੰਕਾਰ ਦੇ ਨਾਲ ਜਿਹੜਾ ਜੁੜ ਗਿਆ, ਜਿਨੇ ਉਸ ਸਤਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਲਿਆ, ਜਿਹੜਾ ਕਰਤੇ ਦੇ ਨਾਲ ਉਸ ਵਾਹਿਗੁਰੂ ਦੇ ਨਾਲ ਇੱਕ ਮਿਕ ਹੋ ਗਿਆ, ਜਿਨੇ ਉਹਦੇ ਗੁਣਾਂ ਨੂੰ ਨਿਰਭਉ ਨੂੰ ਆਪਣੇ ਅੰਦਰ ਵਸਾ ਲਿਆ, ਜਿਹੜਾ ਨਿਰਵੈਰ ਬਣ ਗਿਆ, ਕਿਸੇ ਨਾਲ ਵੈਰ ਨਾ ਰੱਖਿਆ ਆਪਣੇ ਜੀਵਨ ਦੇ ਅੰਦਰ, ਜਿਹੜਾ ਅਕਾਲ ਨਾਲ ਰਲਿਆ ਤੇ ਉਹਦਾ ਰੂਪ ਅਕਾਲ ਹੀ ਹੋ ਗਿਆ, ਮੌਤ ਤੋਂ ਜਨਮ ਤੋਂ ਸਦਾ ਦੇ ਵਾਸਤੇ ਰਹਿਤ ਹੋ ਗਿਆ। ਕੀਤੀ ਛੁੱਟੀ ਨਾਲ ਵਾਲਾ ਕੌਣ ਹੈ? ਕਿਉਂਕਿ ਜੇ ਆਰੰਭਤਾ ਇੱਕ ਓੰਕਾਰ ਤੋਂ ਇਹ ਸੰਪੂਰਨਤਾ ਕੀਤੀ ਛੁੱਟੀ ਨਾਲ ਏ, ਕਿਵੇਂ ਕਿਸੇ ਦੇ ਅੰਦਰ ਇੰਨੇ ਗੁਣ ਭਰੇ ਗਏ? ਕਿਵੇਂ? ਇੱਥੇ ਤੇ ਬੰਦਾ ਆਪਣੀ ਗਵਾਹੀ ਨਹੀਂ ਭਰ ਸਕਦਾ। ਅਜੇ ਸੁਨਾਉ ਸਮੁੰਦਰ ਮੈਂ ਕਿਹਾ, ਪਤਾ ਨਹੀਂ ਕੀ ਹੋਣਾ ਹੈ ਅੱਗੇ ਜਾ ਕੇ, ਅਜੇ ਤੇ ਪਤਾ ਹੀ ਨਹੀਂ, ਇੱਕ ਪਲ ਦਾ ਵੀ ਭਰੋਸਾ ਨਹੀਂ। ਇੱਥੇ ਤੇ ਆਪਣਾ ਭਰੋਸਾ ਨਹੀਂ ਤੇ ਕੀਤੀ ਛੁੱਟੀ ਨਾਲ ਤੇ ਬੜੀ ਵੱਡੀ ਗੱਲ ਹੈ ਨਾ, ਬੜਾ ਵੱਡਾ ਰੁਤਬਾ ਹੈ। ਇੱਥੇ ਆਪਣਾ ਪਤਾ ਨਹੀਂ ਤੇ ਬੜਿਆਂ ਦਾ ਛੁਟਕਾਰਾ ਕਿਵੇਂ? ਜਿਨੇ ਇੱਕ ਓੰਕਾਰ ਨੂੰ ਸਿਮਰਿਆ, ਜੀਵਨ ਦੇ ਅੰਦਰ ਵਸਾ ਲਿਆ, ਉਹਦੇ ਗੁਣ ਨਿਰਭਉ, ਜਿਹਦੇ ਮਨ ਦੇ ਅੰਦਰ ਕਿਸੇ ਦਾ ਡਰ ਨਹੀਂ ਰਹਿ ਗਿਆ, ਨਿਰਭਉ ਬਣ ਗਿਆ। ਜਿਨੇ ਇੱਕ ਓੰਕਾਰ ਨੂੰ ਸਿਮਰਿਆ, ਉਹਦਾ ਗੁਣ ਨਿਰਵੈਰਤਾ ਵਾਲਾ ਜਿਹਦੇ ਅੰਦਰ ਆ ਕੇ ਵਸ ਗਿਆ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਨਿਰਵੈਰ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕਉ ਬਨ ਆਈ। ਨਿਰਵੈਰ ਅਸਲੀਅਤ ਹੈ ਫਿਰ ਜਿਹੜਾ ਅਕਾਲ ਦਾ ਰੂਪ ਬਣ ਗਿਆ, ਜਿਹਨੂੰ ਕਦੇ ਜਨਮ ਨਹੀਂ, ਕਦੇ ਮੌਤ ਨਹੀਂ, ਜਿਹੜਾ ਉਹਦਾ ਰੂਪ ਬਣਿਆ ਤੇ ਉਹਦੇ ਵਾਂਗੂ ਹੀ ਅਜੂਨੀ ਹੋ ਗਿਆ। ਇਹ ਉਹਦੇ ਉੱਤੇ ਰਹਿਮਤਾਂ ਹੋਈਆਂ ਕਿ ਉਹ ਆਪ ਵੀ ਆਪਣਾ ਛੁਟਕਾਰਾ ਕਰਵਾ ਗਿਆ ਤੇ ਪਤਾ ਨਹੀਂ ਕਿੰਨਿਆਂ ਨੂੰ ਆਪਣੇ ਨਾਲ ਹੋਰ ਛੁਡਾ ਕੇ ਲੈ ਗਿਆ। ਇਹ ਜਪਜੀ ਸਾਹਿਬ ਦਾ ਸਾਰ ਹੈ, ਆਰੰਭ ਤੇ ਸੰਪੂਰਨਤਾ। ਮੈਂ ਫਿਰ ਇੱਕ ਬੇਨਤੀ ਕਰਾਂ, ਇਹ ਸਮਝ ਤਾਂ ਹੀ ਆਏਗੀ। ਇਨਸਾਨ ਨੂੰ ਆਪਣਾ ਪਤਾ ਨਹੀਂ ਕਿ ਮੇਰਾ ਕੀ ਬਣੇਗਾ, ਆਪਣਾ ਨਹੀਂ ਪਤਾ। ਤੇ ਕੀਤੀ ਛੁੱਟੀ ਨਾਲ ਹੋਰ ਬੜਿਆਂ ਦਾ ਛੁਟਕਾਰਾ ਨਾਲ ਕਰਵਾਉਣਾ, ਇਹ ਤੇ ਅਸੀਮਤ ਗੱਲ ਹੈ ਨਾ, ਸਮਝ ਤੋਂ ਪਰੇ ਦੀ ਗੱਲ ਹੈ। ਪਰ ਅੱਜ ਦਾ ਜਿਹੜਾ ਸ਼ਲੋਕ ਇਹਨੂੰ ਆਪਾਂ ਵਿਚਾਰਨਾ ਹੈ, ਮੇਰੇ ਗੁਰੂ ਬਾਬੇ ਨੇ ਜਿਹੜੇ ਇਸ ਸ਼ਲੋਕ ਦੇ ਆਰੰਭ ਵਿੱਚ ਬਚਨ ਕਹੇ, 38 ਪੌੜੀਆਂ ਤੇ ਇਹ ਅਖੀਰਲਾ ਸ਼ਲੋਕ, ਆਰੰਭ ਦੇ ਬਚਨ ਕਹੇ ਤੇ ਆਖਿਆ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਪਹਿਲਾ ਗੁਰੂ, ਫਿਰ ਪਿਤਾ, ਫਿਰ ਮਾਂ। ਪਹਿਲਾ ਸ਼ਬਦ ਮੇਰੇ ਬਾਬੇ ਨੇ ਵਰਤਿਆ, ਆਖਿਆ ਪਵਨ ਗੁਰੂ। ਜੇ ਪਵਨ ਨਹੀਂ ਹੈ ਨਾ ਤੇ ਸਮਝ ਲਓ ਕੁਝ ਵੀ ਨਹੀਂ ਹੈ। ਪਵਨ ਨੂੰ ਬੜਾ ਵੱਡਾ ਰੁਤਬਾ ਵਿਗਿਆਨ ਨੇ ਵੀ ਦਿੱਤਾ। ਪਵਨ ਨੂੰ ਬੜਾ ਵੱਡਾ ਰੁਤਬਾ ਗੁਰੂ ਨਾਨਕ ਸਾਹਿਬ ਨੇ ਅੰਮ੍ਰਿਤਮਈ ਬਾਣੀ ਦੇ ਅੰਦਰ ਵੀ ਦੇ ਦਿੱਤਾ। ਵਿਗਿਆਨ ਸਾਇੰਸ ਨੇ ਇਹ ਬੋਲ ਕਹੇ, ਸਾਇੰਸ ਜੋ ਕਹਿ ਰਹੀ ਹੈ ਕਿ ਸੂਰਜ ਇੱਕ ਗੈਸਾਂ ਦਾ ਗੋਲਾ, ਗੈਸ ਹਵਾ, ਵਿਗਿਆਨ ਕਹਿ ਰਿਹਾ ਹੈ। ਹੌਲੀ ਹੌਲੀ ਇਹ ਠੰਡਾ ਹੋਇਆ, ਇਹਦੇ ਤੋਂ ਹੋਰ ਟੁਕੜੇ ਵੱਖ ਹੋਏ, ਇੱਕ ਧਰਤੀ ਵੱਖ ਹੋਈ, ਠੰਡੀ ਹੋਈ, ਪਾਣੀ ਬਣਿਆ ਇਹਦੇ ਤੇ ਇਹਦੇ ਤੇ ਜੀਵਨ ਪੈਦਾ ਹੋ ਗਿਆ। ਪਾਣੀ ਬਣਿਆ ਤਾਂ, ਧਿਆਨ ਨਾਲ ਸੁਣਿਓ ਹੁਣ, ਗੁਰੂ ਨਾਨਕ ਸਾਹਿਬ ਨੇ ਬਾਣੀ ਵਿੱਚ ਆਖਿਆ, ਕਹਿੰਦੇ ਸਾਚੇ ਤੇ
ਪਵਨਾ ਭਇਆ। ਪਵਨ ਗੁਰੂ, ਸੱਚੇ ਤੋਂ, ਵਾਹਿਗੁਰੂ ਤੋਂ, ਪਰਮਾਤਮਾ ਤੋਂ ਸਾਚੇ ਤੇ ਪਵਨਾ ਭਇਆ। ਪਵਨੈ ਤੇ ਜਲ ਹੋਏ। ਪਾਣੀ ਪਿਤਾ। ਪਾਣੀ ਦੇ ਬਾਰੇ ਤੇ ਬਾਣੀ ਦੇ ਅੰਦਰ ਖੈਰ ਹੋਰ ਬਚਨ ਵੀ ਬੜੇ ਆਏ ਨੇ। ਖੈਰ ਪਵਨ ਜਿਹੜਾ ਸ਼ਬਦ ਹੈ ਨਾ, ਪਵਨ, ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸਿੱਧਾਂ ਨਾਲ ਗੋਸ਼ਟ ਹੋ ਰਹੀ ਹੈ, ਸਿੱਧ ਗੋਸ਼ਟ ਬਾਣੀ, ਜਿੱਥੇ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਪੁੱਛਿਆ ਨਾ, ਕੌਣ ਗੁਰੂ ਕਿਸ ਕਾ ਤੂੰ ਚੇਲਾ, ਤੇਰਾ ਗੁਰੂ ਕੌਣ ਹੈ, ਕਿਸ ਗੁਰੂ ਦਾ ਤੂੰ ਚੇਲਾ ਹੈ, ਉੱਥੇ ਪਵਨ ਆਰੰਭ ਸ਼ਬਦ ਆਇਆ ਹੈ। ਪਵਨ ਆਰੰਭ। ਇਹ ਸੱਚਾਈ ਹੈ ਕਿ ਸਾਚੇ ਤੇ ਪਵਨਾ ਭਇਆ। ਉਸ ਸੱਚੇ ਪਰਮਾਤਮਾ ਤੋਂ ਅੱਗੇ ਪਵਨ, ਜਿਹਨੂੰ ਮੇਰੇ ਬਾਬੇ ਨੇ ਇੱਥੇ ਪਵਨ ਗੁਰੂ ਦਾ ਦਰਜਾ ਦੇ ਦਿੱਤਾ। ਇਹ ਅਸਲੀਅਤ ਇੱਕ ਹੋਰ ਵੀ ਹੈ। ਅਸੀਂ ਖੈਰ ਇਸ ਪਵਨ ਨੂੰ, ਜਿਹੜੀ ਜੀਵਨ ਹੈ ਨਾ ਸਾਡਾ, ਪਵਨ ਵੀ ਤੇ ਪਾਣੀ ਵੀ, ਪਾਣੀ ਹੈ ਤੇ ਜੀਵਨ ਹੈ। ਪਹਿਲਾ ਪਾਣੀ ਜੀਉ ਹੈ। ਗੁਰੂ ਸਾਹਿਬ ਨੇ ਆਖਿਆ ਪਾਣੀ ਤੇ ਖੁਦ ਹੀ ਇੱਕ ਜਿੰਦਾ ਜੀਵ ਹੈ। ਪਾਣੀ ਦੇ ਵਿੱਚ ਵੀ ਜੀਵਨ ਹੈ, ਤੇ ਜਿਸ ਪਾਣੀ ਦੇ ਅੰਦਰ ਜੀਵਨ ਹੈ ਉਹ ਦੂਜੇ ਜੀਵਾਂ ਦਾ ਕਾਰਨ ਵੀ ਬਣਦਾ ਹੈ, ਜਿਉਂਦੇ ਰਹਿਣ ਦਾ ਕਾਰਨ ਬਣਦਾ ਹੈ। ਜੇ ਕਿਸੇ ਧਰਤੀ ਦੇ ਉੱਪਰ ਜੀਵਨ ਲੱਭਦਾ ਹੈ ਨਾ, ਵਿਗਿਆਨ ਉਹ ਲੱਭਦਾ ਹੈ ਇਸ ਧਰਤੀ ਦੇ ਉੱਤੇ ਪਾਣੀ ਹੈ ਕਿ ਨਹੀਂ। ਜੇ ਪਾਣੀ ਹੈ ਤੇ ਸਮਝ ਲਓ ਜੀਵਨ ਹੈ, ਜੇ ਪਾਣੀ ਨਹੀਂ ਹੈ ਤੇ ਜੀਵਨ ਨਹੀਂ ਹੈ। ਪਹਿਲਾ ਪਾਣੀ ਜਿਉ ਹੈ, ਜਿਤ ਹਰਿਆ ਸਭ ਕੋਏ, ਤੇ ਉਹਨੂੰ ਮੇਰੇ ਬਾਬੇ ਨੇ ਬਚਨ ਕਹਿ ਦਿੱਤੇ, ਪਾਣੀ ਪਿਤਾ। ਫਿਰ ਆਖਿਆ ਮਾਤਾ। ਮਾਤਾ ਕੌਣ ਹੈ? ਧਰਤ ਮਹੱਤ। ਮਹੱਤ ਦਾ ਅਰਥ ਹੈ ਵੱਡੀ। ਧਰਤ ਦਾ ਤੇ ਅਰਥ ਆਪਾਂ ਨੂੰ ਪਤਾ ਹੈ ਧਰਤੀ। ਧਰਤੀ ਜਿਹੜੀ ਹੈ ਨਾ, ਇਹ ਸਾਰਿਆਂ ਦੀ ਵੱਡੀ ਮਾਂ ਹੈ। ਧਰਤੀ ਸੱਚਮੁੱਚ ਬੜੀ ਵੱਡੀ ਮਾਂ ਹੈ। ਇਨਸਾਨ ਨੇ ਜਨਮ ਲਿਆ ਤੇ ਇਸ ਧਰਤੀ ਤੇ ਖੇਡਿਆ, ਜਨਮ ਲਿਆ, ਸਾਰੀ ਜ਼ਿੰਦਗੀ ਇਸ ਧਰਤੀ ਨੂੰ ਆਪਣੀ ਕਰਮ ਭੂਮੀ ਬਣਾ ਕੇ ਰੱਖਿਆ। ਕਰਮ ਭੂਮੀ। ਵੈਸੇ ਬਾਣੀ ਨੇ ਇੱਕ ਉਦਾਹਰਨ ਹੋਰ ਵੀ ਬੜੇ ਕਮਾਲ ਦੀ ਦਿੱਤੀ। ਆਖਿਆ ਕਰਮ ਧਰਤੀ ਸਰੀਰ। ਸਰੀਰ ਜਿਹੜਾ ਇਹਨੂੰ ਕਰਮ ਰੂਪੀ ਧਰਤੀ ਬਣਾ। ਕਰਮ ਧਰਤੀ ਸਰੀਰ। ਕਲਯੁਗ ਵਿੱਚ ਜਿਹਾ ਕੋ ਬੀਜੈ ਤਿਹਾ ਕੋ ਖਾਵੈ। ਉੱਥੇ ਕਰਮ ਨੂੰ ਆਖਿਆ ਕਰਮ ਰੂਪੀ ਧਰਤੀ ਬਣਾ, ਸਰੀਰ ਆਪਣੇ ਨੂੰ। ਪਰ ਇੱਥੇ ਜਿਹੜਾ ਮਾਤਾ ਧਰਤ ਮਹੱਤ, ਇਸ ਧਰਤੀ ਦੀ ਗੱਲ ਕੀਤੀ ਗਈ, ਆਪਣੀ ਧਰਤੀ ਦੀ। ਵੇਖੋ ਇਸ ਧਰਤੀ ਨੇ, ਇਸ ਧਰਤੀ ਨੂੰ ਕਰਮ ਭੂਮੀ ਬਣਾਇਆ। ਇਨਸਾਨ ਨੇ ਸਾਰਾ ਜੀਵਨ ਇਸ ਧਰਤੀ ਤੇ ਬੀਜਿਆ, ਇਹਦੇ ਤੇ ਵੱਢਿਆ। ਇਹਦੇ ਕਾਰਨ ਹੀ ਇਨਸਾਨੀਅਤ ਪਲਦੀ ਰਹੀ। ਇਹ ਕਿੰਨੀ ਕੁ ਵੱਡੀ ਮਾਤਾ ਏ। ਮੇਰੇ ਸੱਚੇ ਪਾਤਸ਼ਾਹ ਨੇ ਬੋਲ ਕੇ ਕਹਿੰਦੇ, ਜਦੋਂ ਇਨਸਾਨ ਦੀ ਮੌਤ ਹੋਈ ਨਾ, ਫਿਰ ਇਸੇ ਧਰਤੀ ਨੇ ਆਪਣੇ ਅੰਦਰ ਉਹਨੂੰ ਸਮਾ ਵੀ ਲਿਆ। ਮਾਂ ਹੈ ਨਾ ਧਰਤੀ ਵੀ। ਮਾਂ ਵਰਗਾ ਕਣਛਾਵਾਂ ਬੂਟਾ ਕਿਤੇ ਹੋਰ ਨਹੀਂ ਨਾ ਮਿਲਦਾ। ਛਾਂਦਾਰ ਰੁੱਖ ਜਿਹਨੂੰ ਕਹਿੰਦੇ ਨੇ। ਗੁਰੂ ਸਾਹਿਬ ਨੇ ਆਖਿਆ ਇਹ ਮਾਂ ਧਰਤੀ ਜਿਹੜੀ ਉਹ ਵੱਡੀ ਮਾਂ ਹੈ। ਫਿਰ ਅਗਲੇ ਬੋਲ ਕੇ ਦਿਵਸ ਰਾਤ। ਦਿਵਸ ਦਿਨ, ਰਾਤ ਦਾ ਭਾਵ ਰਾਤ। ਦੋਏ ਇਹ ਦੋਨੋਂ, ਦਾਈ ਦਾਇਆ। ਦਾਈ ਖਿਡਾਵੀ, ਦਾਇਆ ਦਾ ਭਾਵ ਹੈ ਖਿਡਾਵਾ। ਦਿਵਸ ਕਿਵੇਂ ਖਿਡਾਵਾ ਹੈ? ਸਾਰਿਆਂ ਨੂੰ ਖਿਡਾਉਂਦਾ ਕਿਵੇਂ ਆ? ਦਿਨ ਜਿਹੜਾ ਹੈ ਇਹ ਸੱਚਮੁੱਚ ਖਿਡਾਵਾ ਹੈ, ਤੇ ਅਸੀਂ ਖੇਡਦੇ ਹਾਂ, ਸਾਨੂੰ ਖਿਡਾ ਰਿਹਾ ਹੈ। ਦਿਨ ਚੜ੍ਹਦਾ ਹੈ, ਆਪਣੇ ਕੰਮ ਧੰਦਿਆਂ 'ਤੇ ਨਿਕਲ ਜਾਂਦੇ ਹਾਂ, ਸਾਰਾ ਦਿਨ ਖੇਡਦੇ ਆ, ਖਿਡਾਉਂਦਾ ਹੈ ਸਾਨੂੰ ਇਹ ਦਾਇਆ। ਸਾਰਾ ਦਿਨ ਇਹ ਦਾਇਆ ਸਾਨੂੰ ਆਰੇ ਲਾਈ ਰੱਖਦਾ ਹੈ। ਦਾਈ ਦਾਇਆ ਸਿੰਪਲ ਜਿਹੇ ਸ਼ਬਦ ਨੇ। ਸਾਰਾ ਦਿਨ ਇਹ ਦਾਇਆ ਸਾਨੂੰ ਆਰੇ ਲਾਈ ਰੱਖਦਾ ਹੈ। ਦਿਵਸ ਰਾਤ ਦੋਏ ਦਾਈ ਦਾਇਆ। ਤੇ ਰਾਤ ਜਿਹੜੀ ਇਹ ਦਾਈ ਹੈ। ਰਾਤ, ਮੈਂ ਇੱਕ ਉਦਾਹਰਨ ਪੜ੍ਹ ਰਿਹਾ ਸੀ ਕੱਲ੍ਹ। ਕਹਿੰਦੇ ਵੇਖੋ, ਇਹ ਪਰਮਾਤਮਾ ਨੇ ਸੱਚਮੁੱਚ ਬੜੀਆਂ ਵੱਡੀਆਂ ਰਹਿਮਤਾਂ ਕੀਤੀਆਂ ਸਾਡੇ ਉੱਪਰ, ਸਾਰੀ ਮਨੁੱਖਤਾ ਦੇ ਉੱਪਰ। ਇਹ ਸਮਾਨ ਨੇ ਸਾਰਿਆਂ ਦੇ ਵਾਸਤੇ। ਇਹ ਦਾਈ ਤੇ ਦਾਇਆ ਜਿਹੜੇ ਆ ਨਾ, ਇਹ ਸਾਰਿਆਂ ਵਾਸਤੇ ਇੱਕੋ ਜਿਹੇ ਨੇ। ਇਹ ਨਹੀਂ ਕਿ ਜੇ ਅਮੀਰ ਦਾ ਕੋਈ ਬੱਚਾ ਹੈ, ਅਮੀਰ ਦਾ ਪੁੱਤਰ ਹੈ, ਉਹਦੇ ਮਨ ਦੇ ਅੰਦਰ ਆ ਗਿਆ, ਉਹਦੇ ਮਨ ਵਿੱਚ ਆ ਗਿਆ ਕਿ ਅੱਜ ਮੈਨੂੰ ਸ਼ਾਮੀ ਨੀਂਦ ਆਉਂਦੀ ਪਈ ਹੈ, ਤੇ ਮੈਂ ਇਸ ਦਾਈ ਨੂੰ ਕਵਾਂ, ਰਾਤ ਨੂੰ ਕਵਾਂ ਕਿ 5 ਵਜੇ ਜਾਂ 6 ਵਜੇ ਹੀ ਰਾਤ ਪਾ ਦੇ, ਮੈਨੂੰ ਨੀਂਦ ਆਉਂਦੀ, ਮੈਂ ਸੌਣਾ ਹੈ, ਹਨੇਰਾ ਹੋ ਜਾਏ। ਇਹ ਹੁੰਦਾ ਨਹੀਂ ਨਾ, ਕਦੇ ਨਹੀਂ। ਉਹ ਦਾਈ
ਕਿਸੇ ਦੀ ਗੱਲ ਨਹੀਂ ਮੰਨਦੀ। ਇਹ ਦਾਈ ਦਾਇਆ ਕਿਸੇ ਦੇ ਮਗਰ ਨਹੀਂ ਲੱਗਦੇ ਤੇ ਪੂਰੀ ਅਮੀਰ ਲਈ ਤੇ ਗਰੀਬ ਲਈ ਸਭ ਵਾਸਤੇ ਇੱਕੋ ਸਮਾਨ ਨੇ। ਦਿਵਸ ਰਾਤ ਦੋਏ ਦਾਈ ਦਾਇਆ ਤੇ ਇਸ ਦਾਈ ਤੇ ਦਾਏ ਇਹ ਖਿਡਾਵੇ ਬਣ ਗਏ ਜਿਨ੍ਹਾਂ ਸਾਰਾ ਜਗਤ ਖੇਡਣੇ ਲਾ ਦਿੱਤਾ, ਆਰੇ ਲਾ ਦਿੱਤਾ। ਫਿਰ ਗੁਰੂ ਸਾਹਿਬ ਨੇ ਆਖਿਆ ਚੰਗਿਆਈਆਂ। ਹੁਣ ਇੱਥੇ ਇਹ ਧਿਆਨ ਨਾਲ ਸੁਣਿਓ ਜ਼ਰਾ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ, ਇੱਥੇ ਧਰਮ ਦਾ ਭਾਵ ਹੈ ਧਰਮਰਾਜ। ਸਿੱਧਾ ਅਰਥ ਇੱਥੇ ਸੌਖਾ ਸਿੰਪਲ ਹੀ ਹੈ। ਕਹਿੰਦੇ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਇੱਕ ਗੱਲ ਸਮਝ ਲਓ ਕਿ ਦਿਵਸ ਤੇ ਰਾਤ, ਦਾਈ ਤੇ ਦਾਇਆ ਸਾਰਿਆਂ ਦੇ ਵਾਸਤੇ ਸਮਾਨ ਹਨ, ਇੱਕੋ ਜਿਹੇ ਦੇ ਦਿੱਤੇ। ਪਰ ਗੁਰੂ ਬਾਬੇ ਨੇ ਬੋਲ ਕਹਿ ਦਿੱਤੇ, ਕਹਿੰਦੇ ਭਲਿਓ ਇਹ ਗੱਲ ਸਮਝ ਲਿਓ, ਇਹ ਕਾਇਨਾਤ ਇਹ ਕੁਦਰਤ ਤੇ ਸਾਰਿਆਂ ਨੂੰ ਸਾਂਝੀ ਏ, ਇੱਕੋ ਜਿਹੀ, ਪਰ ਕਰਮ ਜਿਹੜੇ ਨੇ ਉਹ ਆਪੋ ਆਪਣੇ ਹਨ। ਇਹ ਬੜੀ ਵੱਡੀ ਗੱਲ ਇੱਥੇ ਗੁਰੂ ਸਾਹਿਬ ਨੇ ਕਹੀ ਹੈ। ਬਾਕੀ ਸਭ ਕੁਝ ਸਾਂਝਾ ਹੈ। ਇਹ ਧਰਤੀ ਸਾਰਿਆਂ ਦੀ ਸਾਂਝੀ ਏ, ਕਾਇਨਾਤ ਆਕਾਸ਼ ਨੂੰ ਕੋਈ ਵੰਡ ਨਹੀਂ ਸਕਦਾ, ਸਾਰਿਆਂ ਦਾ ਸਾਂਝਾ ਏ ਤੇ ਰਹੇਗਾ ਵੀ। ਅਸੀਂ ਹੱਦਾਂ ਜ਼ਰੂਰ ਪਾ ਲਈਆਂ, ਅਸੀਂ ਲਕੀਰਾਂ ਜ਼ਰੂਰ ਖਿੱਚ ਲਈਆਂ ਵਿੱਚ ਕਿ ਆ ਜੀ ਮੇਰੀ, ਆ ਉਹਦੀ ਧਰਤੀ, ਆ ਉਹਦੀ, ਪਰ ਕਾਇਨਾਤ ਨੇ ਇਹ ਕੁਝ ਨਹੀਂ ਬਣਾਇਆ। ਉਹਨੇ ਕਿਹਾ ਧਰਤੀ ਸਭ ਦੀ ਸਾਂਝੀ। ਇਹ ਹਵਾ, ਇਹ ਪਾਣੀ, ਇਹ ਪੌਣ, ਇਹ ਸਭ ਕੁਝ ਸਾਰਿਆਂ ਦਾ ਸਾਂਝਾ ਏ, ਇੱਕੋ ਸਮਾਨ ਏ। ਉਹਨੇ ਇਹ ਤਾਂ ਨਹੀਂ ਕਿਹਾ ਕਿ ਅਮੀਰ ਦੇ ਬੱਚੇ ਨੂੰ ਹਵਾ ਜਿਹੜੀ ਉਹ ਸ਼ੁੱਧ ਮਿਲੇਗੀ ਤੇ ਗਰੀਬ ਦੇ ਬੱਚੇ ਨੂੰ ਜਿਹੜੀ ਹਵਾ ਏ ਉਹ ਪ੍ਰਦੂਸ਼ਣ ਵਾਲੀ ਮਿਲੇਗੀ, ਇਹ ਨਹੀਂ ਨਾ। ਉੱਥੇ ਜੇ ਹਵਾ ਸ਼ੁੱਧ ਏ ਤੇ ਸਭ ਨੂੰ ਸ਼ੁੱਧ ਏ, ਜੇ ਹਵਾ ਪ੍ਰਦੂਸ਼ਣ ਵਾਲੀ ਏ ਤਾਂ ਸਭ ਨੂੰ ਇੱਕੋ ਜਿਹੀ ਮਿਲੇਗੀ। ਇਹ ਸਭ ਲਈ ਸਾਂਝਾ ਏ। ਪਰ ਚੰਗਿਆਈਆਂ ਤੇ ਬੁਰਿਆਈਆਂ ਜਿਹੜੀਆਂ ਅਸੀਂ ਕਰਦੇ ਹਾਂ ਨਾ, ਚੰਗੇ ਕਰਮ ਤੇ ਮੰਦੇ ਕਰਮ, ਇਹ ਸਾਡੇ ਆਪੋ ਆਪਣੇ, ਇਹ ਸਾਂਝੇ ਨਹੀਂ ਕਿਸੇ ਨਾਲ। ਇਹ ਧਰਮ ਰਾਜ ਦੀ ਉਸ ਵਾਹਿਗੁਰੂ ਪਰਮਾਤਮਾ ਦੇ ਸਾਹਮਣੇ ਉਹਦੇ ਦਰ ਤੇ ਵਿਚਾਰੇ ਜਾਣਗੇ ਕਿ ਕਿੰਨੇ ਚੰਗੇ ਕੀਤੇ ਤੇ ਕਿੰਨੇ ਬੁਰੇ ਕੀਤੇ। ਚੰਗਿਆਈਆਂ ਸਾਡੀਆਂ, ਬੁਰਿਆਈਆਂ ਵੀ ਸਾਡੀਆਂ ਨੇ, ਇਹ ਕਿਸੇ ਹੋਰ ਦੀਆਂ ਨਹੀਂ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ। ਤੇ ਕੀ ਆਖਿਆ? ਕਹਿੰਦੇ ਕਰਮੀ, ਆਪ ਮੇਰੇ ਵੱਲ ਵੇਖਿਓ, ਮੇਰੇ ਵੱਲ, ਕਰਮੀ ਆਪੋ ਆਪਣੀ ਹੈ। ਇੱਥੇ ਅਸੀਂ ਤੇਰਾ ਤੇਰਾ ਕਹਿੰਦੇ, ਇੱਥੇ ਹੱਥ ਸਾਡੀ, ਉਂਗਲ ਸਾਡੀ ਇੱਧਰ ਏ, ਪਰ ਬਾਣੀ ਦੇ ਵਿੱਚ ਉਂਗਲ ਇੱਧਰ ਹੈ, ਹੱਥ ਇੱਧਰ ਹੈ। ਬਾਣੀ ਤੇ ਗੱਲ ਹੀ ਇਹ ਕਰਦੀ ਪਈ ਏ, ਭਲਿਆ ਤੂੰ ਦੂਜੇ ਦੇ ਗਿਰੇਬਾਨ ਖਿੱਚ ਖਿੱਚ ਕੇ ਉਹਨਾਂ ਵਿੱਚ ਝਾਤੀਆਂ ਮਾਰ ਮਾਰ ਵੇਖਦਾ, ਉਹਦੇ ਕਰਮ ਵੇਖਦਾ ਪਿਆ ਏ। ਬਾਣੀ ਦੀ ਸ਼ੁਰੂਆਤ ਹੀ ਇੱਥੋਂ, ਆਪਣੜੇ ਗਿਰੇਬਾਨ ਮੈਂ ਸਿਰ ਨੀਵਾਂ ਕਰ ਦੇਖ। ਬਾਣੀ ਦੀ ਤੇ ਸ਼ੁਰੂਆਤ, ਸਿੱਖੀ ਦੀ ਸ਼ੁਰੂਆਤ ਹੀ ਇੱਥੋਂ ਹੈ। ਭਲਿਆ ਇੱਥੇ ਕਿਸੇ ਦੇ ਗਿਰੇਬਾਨ ਦੇ ਅੰਦਰ ਝਾਤੀ ਮਾਰਿਆ ਕੁਝ ਨਹੀਂ ਬਣਦਾ। ਇੱਥੇ ਕਰਮੀ ਆਪੋ ਆਪਣੀ ਹੈ। ਇੱਥੇ ਆਪਣੇ ਗਿਰੇਬਾਨ ਦੇ ਅੰਦਰ ਝਾਤੀ ਮਾਰ ਕੇ ਵੇਖ ਕੇ ਮੈਂ ਕੀ ਹਾਂ, ਮੇਰੇ ਪੱਲੇ ਕੀ ਹੈ, ਮੈਂ ਕੀ ਮਿਲਿਆ, ਕੀ ਸੀ, ਕਮਾਇਆ ਕੀ ਹੈ ਤੇ ਕੀ ਗਵਾ ਕੇ ਚੱਲਿਆ ਹਾਂ, ਮੇਰੇ ਕੋਲ ਐਵਰੇਜ ਕੀ ਨਿਕਲੀ। ਤਾਂ ਹੀ ਬੰਦੇ ਖੋਜ ਦਿਲ ਹਰ ਰੋਜ਼ ਸਾਨੂੰ ਕਿਹਾ ਗਿਆ, ਹਰ ਰੋਜ਼ ਇਹਦੀ ਵਿਚਾਰ ਕਰੀਏ ਕਿ ਅੱਜ ਕਮਾਇਆ ਕੀ ਤੇ ਗਵਾਇਆ ਕੀ। ਡੇ ਬੁੱਕ ਲਾਉਣੇ ਆ ਨਾ ਆਪਣੇ ਕਾਰੋਬਾਰ ਤੇ, ਡੇ ਬੁੱਕ ਕਹਿੰਦੇ ਅਸੀਂ ਉਹਨੂੰ, ਰੋਜ਼ ਦਾ ਹਿਸਾਬ ਹੁੰਦਾ ਉਹਦੇ ਤੇ, ਡੇ ਬੁੱਕ। ਅੱਜ ਆ ਆਮਦਨ ਰਹੀ, ਅੱਜ ਆ ਖਰਚੇ ਰਹੇ ਤੇ ਟੋਟਲ ਬੈਲੈਂਸ ਜਿਹੜਾ ਹੈ ਉਹ ਬੈਲੈਂਸ ਸ਼ੀਟ ਅਸੀਂ ਬਣਾ ਲੈਂਦੇ ਹਾਂ ਜੀ, ਇੰਨੇ ਬਚੇ ਜਾਂ ਇੰਨਾ ਨੁਕਸਾਨ ਹੋਇਆ, ਇਵੇਂ ਹੁੰਦਾ। ਬੰਦੇ ਖੋਜ ਦਿਲ ਹਰ ਰੋਜ਼, ਜੇ ਬੈਲੈਂਸ ਸ਼ੀਟ ਕਾਰੋਬਾਰ ਦੀ ਰੋਜ਼ ਲੱਗ ਸਕਦੀ ਹੈ ਤੇ ਅਸੀਂ ਆਪਣੇ ਜਿਹੜੇ ਕਰਮ ਕਰਦੇ ਉਹਨਾਂ ਦੀ ਕਿਉਂ ਨਹੀਂ ਲਾਉਂਦੇ। ਅਸੀਂ ਆਪਣੇ ਗਿਰੇਬਾਨ ਮੈਂ ਸਿਰ ਨੀਵਾਂ ਕਰ ਵੇਖ, ਸਿਰ ਨੀਵਾਂ ਕਰਕੇ ਆਪਣੇ ਗਿਰੇਬਾਨ ਦੇ ਅੰਦਰ ਝਾਤੀ ਮਾਰ। ਇਹ ਤਾਂ ਪਤਾ ਲੱਗੇਗਾ, ਉਸ ਤੋਂ ਬਿਨਾਂ ਨਹੀਂ। ਕਿਉਂ? ਕਿਉਂਕਿ ਬਾਣੀ ਵਾਰ-ਵਾਰ ਕਹਿ ਰਹੀ ਹੈ। ਜੇ ਇੱਥੇ ਕਿਹਾ ਨਾ ਕਰਮੀ ਆਪੋ ਆਪਣੀ ਹੈ, ਇਹ ਸਾਂਝੀ ਨਹੀਂ ਹੈ ਕਿਸੇ ਦੇ, ਕਰਮ ਕਿਸੇ ਦੇ ਸਾਂਝੇ ਨਹੀਂ। ਚੰਗਿਆਈਆਂ ਵੀ ਤੇ ਬੁਰਾਈਆਂ ਵੀ ਆਪੋ ਆਪਣੀਆਂ ਨੇ ਤੇ ਕਰਮ ਵੀ ਆਪੋ ਆਪਣੇ ਨੇ। ਇਹ ਨਾ ਪਿਓ ਦੇ ਕਰਮ ਪੁੱਤ ਵੰਡਾ ਸਕਦਾ ਹੈ ਤੇ ਨਾ ਪੁੱਤ ਦੇ ਕਰਮ ਪਿਓ ਵੰਡਾ ਸਕਦਾ ਜੇ। ਪਰ ਜਪਜੀ ਸਾਹਿਬ ਇੰਨਾ ਕੁ ਵਿਸ਼ਾਲ ਹੈ ਨਾ, ਅਗਲੀਆਂ ਪੰਕਤੀਆਂ ਤੁਸੀਂ ਸੁਣੋਗੇ ਹੈਰਾਨ ਰਹਿ ਜਾਓਗੇ। ਫਿਰ ਆਪਣੀ ਗੱਲ ਹੀ ਗੁਰੂ ਸਾਹਿਬ ਕੱਟ ਦੇ ਸ਼ਬਦ ਨਹੀਂ ਕਹੂੰਗਾ, ਉਹਨੂੰ ਥੱਲੇ ਲਿਆ ਕੇ ਫਿਰ ਅੱਗੇ ਆ ਰਹੇ ਨੇ ਕਿ ਕੀ ਕੁਝ ਹੋ ਗੁਰੂ ਜੇ ਹੈ ਨਾ, ਪਰਮਾਤਮਾ ਕੀ ਕੁਝ ਕਿੰਨਿਆਂ ਕੁਝ ਕਰਨ ਦੀ ਸਮਰੱਥਾ ਵੀ ਰੱਖਦਾ ਹੈ। ਅੱਜ ਜੇ ਆਖਿਆ ਕਰਮੀ ਆਪੋ ਆਪਣੀ,
तो बाणी के अंदर दद्दा शब्द जो आया ना 52 अखरी में, तत्ता थत्था, तत्ता की कह रहा है, थत्था की कह रहा है, तो दद्दा की कह रहा है, दद्दा कह रहा है दद्दा दोष ना देऊ किसै, दोष कर्मा अपने, अपने कर्म, कर्मी आपो अपनी, ये किसी का दोष नहीं है, ना किसी को दोष देना बनता भी है। दद्दै दोष ना देऊ किसै, दोष कर्मा अपने जो मैं किया। हाँ, हथ अपने आप ही इधर आता पे, जो मैं किया इदा हो सकता है, नहीं ना हो सकता। जो मैं किया तो इत्थे ही आएगा ना, सो मैं पाया, जो मैं किया ਉਹਦਾ भुगतना भी मैनू ही पएगा। कर्मी आपो अपनी, किसी ने किवें भुगतना, मतलब ही नहीं है। एक होर बड़े कमाल की उदाहरण, खैर जो मैं किया सो मैं पाया, दोष ना दीजै अवर जना, इत्थे किसी नूं होर दोष देण दा तां भाव मतलब ही नहीं ना बनता। जो मैं किया वो भुगतना भी मैनू पएगा, कर्मी आपो अपनी है। बड़ी कमाल की उदाहरण है बाणी के अंदर। कहिंदे इन्हां कुछ जड़ियां उदाहरणा ने ना, पुराने कानून इन्हां उदाहरणा करके ही, कुछ इस तरह दीयां समाजिक उदाहरणा करके ही बने सन। वो तां करके भी कतल की सज़ा भी कतल, हथ वड्डे की सज़ा भी हथ वड्डे, किसी का हथ वड्डिया गया, जिन्हें वड्डिया उन्होंने सज़ा देवे दा भी एक हथ वड्ड दो, भी इन्हूं पता लगे कि वो सारी जिंदगी किवें। अज दे कानून नहीं, कुछ हद तक वो चंगे भी सन, बिल्कुल नहीं, कुछ हद तक। उसका कारण की है, बड़ा सौखा बड़ा सिंपल उसका कारण है। जे किसी ने, ध्यान ना सुनियो, जे किसी ने किसी औरत के मूँह ते तेजाब पाया तो उहदे ते भी पवे तो उन्होंने पता लगे ना, वो 10 दिन जेल च रहिंदा है, 11वें दिन उसकी जमानत हो जाती है, बस फिर सालां बद्धी केस चलता है, कोई सज़ा नहीं, कोई कुछ नहीं। यह कुछ ही है ना। वो कुछ हद तक इहो जे मसले ते, मैं ये नहीं कि मैं कहां तुहानूं कि डिकटेटरशिप की गल कर रहा, पर उन्होंने एहसास तो होवे ना। अज उस औरत की जिंदगी खराब है, सारी जिंदगी वो खत्म है, तो जिन्हें तेजाब सुटिया वो मूँह चढ़ाउंदा उन्होंने तुरया फिरदा उहदे सामने गलियां दे विच। कानून इत्थे परमात्मा का कानून हो जिहा नहीं है। इत्थे गुरु साहब ने आख्या जे कर्मां की गल है ना, कर्मां की, फिर एक गल समझ लो, वेखो मेरे वाल वेखियो, एह कर है, एह दा भाव है आह वाला, कर दा भाव है हथ। गुरु साहब ने आख्या जे ये हथ कर्म कर रहा है ना, इत्थे ये नहीं कहा कि चंगा कर रहा है या माड़ा कर रहा है, ये गल बाद दी है। कर्म चंगे भी ने, चंगियाइयां भी ने, ते बुराइयां भी ने, माड़े भी ने, दो तरह के ने। आख्या एह कर करे, जे आ हथ कर रहा है ना, सो एह कर पाए, इसे नूं भुगतना पएगा, इनू क्यों भुगतना पवे। ये बड़ी डिटेल नाल, ये गुरबाणी की पंक्ति है, ये बड़ी डिटेल बड़ी बरीकी नाल गुरु साहब ने समझाया कि आ कर रहा है, इनू ही भुगतना पएगा, ये विचारे का ऐसा की कसूर है। कर्मी आपो अपनी, यदि अपनी यदि अपने ने, इन्हें अपना कुछ चंगा किया, इन्हें अपना चंगा किया। ऐस मैं एक पेंडू जी उदाहरण देवां सीधी, डंगरां दे अगे जाने ना, ऐस हथ दे अंदर पट्ठे हुंदे ने ते इधर डांग हुंदी है, इदां ही हुंदा ना, हरा चारा ऐसा हथ च फड़िया हुंदा ते इधर डांग हुंदी ते धारां कड्ढण लगदे आ। हुण आ हथ उहनूं खवा रहा है ते आ हथ उहनूं डरा रहा है। मेरे सच्चे पातशाह ने आख्या, कहंदे समझ लै इस गल नूं कि चंगियाइयां बुराइयां वाचा धर्म हदूर, धर्म वाहिगुरू दी, धर्म राजे दी, परमात्मा दी, ਉਹਦੀ हजूरी दे अंदर ਉਹਦੇ सामने तेरियां चंगियाइयां भी वाचियां जाणगियां ते बुराइयां भी वाचियां जाणगियां। फिर आख्या कर्मी आपो अपनी। हुण ये ध्यान नाल थोड़ा जिहा सुणियो, आपो अपने कर्म ने, उन्हां कर्मां दे हिसाब नाल के नेड़ा के दूर, कोई परमात्मा दे नेड़े हो गया तो कोई परमात्मा तो दूर हो गया। कर्मी आपो अपनी, कोई जां ये दो तरह नाल अर्थ करते हैं कि कर्मी आपो अपनी के नेड़ा, किसी दे परमात्मा नेड़े हो गया तो किसी तो परमात्मा बड़ा दूर चला गया, उहदे अपने कर्म करके। बिना कर्मां तो कुछ भी हासिल नहीं जिंदा, बिन कर्मां किछ पाइया ना ही।
ਕਰਮਾਂ ਦੀਆਂ ਉਦਾਹਰਨਾਂ ਤੇ ਬਾਣੀ ਦੇ ਅੰਦਰ ਬੇਅੰਤ ਉਦਾਹਰਨਾਂ ਨੇ। ਸਮਾਂ ਆਪਾਂ ਵਿਚਾਰਨਾ ਜਦੋਂ ਇਤਿਹਾਸ ਪੜ੍ਹਦੇ ਆ ਨਾ, ਇਤਿਹਾਸ ਗੁਰੂ ਸਾਹਿਬ ਨੇ ਇਹਦੀਆਂ ਬੜੀਆਂ ਉਦਾਹਰਨਾਂ ਸਾਨੂੰ ਦਿੱਤੀਆਂ ਨੇ, ਬੜੀਆਂ। ਪਰ ਮੈਂ ਇੱਕ ਗੱਲ ਤੁਹਾਨੂੰ ਸਮਝਾਵਾਂ, ਵਾਹਿਗੁਰੂ ਬੇਨਤੀ ਕਰਾਂ ਸਮਝਾਉਣ ਵਾਲਾ, ਖੈਰ ਮੈਂ ਕੌਣ ਹਾਂ। ਇਹ ਬੇਨਤੀ ਮੈਂ ਤੁਹਾਡੇ ਅੱਗੇ ਕਰਾਂ ਕਿ ਕਰਮ, ਹੁਣ ਅਗਲੀ ਗੱਲ ਸੁਣਿਓ ਕਿ ਗੁਰੂ ਕੀ ਹੈ, ਕਿੰਨਾ ਬੇਅੰਤ ਹੈ। ਕਹਿੰਦੇ ਜਿਨੀ ਨਾਮ ਤੇ ਆਇਆ, ਪਹਿਲੀ ਗੱਲ ਤੇ ਕਹਿ ਦਿੱਤੀ ਵੀ ਆਪਣੇ ਆਪਣੇ ਕਰਮ ਨੇ, ਚੰਗਿਆਈਆਂ ਆਪਣੀਆਂ ਤੇ ਬੁਰਾਈਆਂ ਆਪਣੀਆਂ, ਕਹਿ ਦਿੱਤੀਆਂ ਨਾ। ਜਪਜੀ ਸਾਹਿਬ ਬਾਣੀ ਵਿਸ਼ਾਲ ਕਿੰਨੀ ਹੈ। ਕਿਉਂ ਜਦੋਂ ਜਪਜੀ ਸਾਹਿਬ ਬਾਣੀ ਦੇ ਅਰਥਾਂ ਦੀ ਗੱਲ ਆਉਂਦੀ ਤੇ ਅਸੀਂ ਹੱਥ ਜੋੜ ਜਾਂਦੇ ਹਾਂ ਵੀ ਸਾਡੀ ਸਮਝ ਤੋਂ ਸੱਚਮੁੱਚ ਬਾਹਰ ਦੀ ਗੱਲ ਹੈ। ਇੰਨੀ ਵਿਸ਼ਾਲ। ਇੱਕ ਪਾਸੇ ਮੇਰੇ ਬਾਬੇ ਨੇ ਕਹਿ ਦਿੱਤਾ ਕਿ ਤੇਰੀਆਂ ਹੀ ਚੰਗਿਆਈਆਂ ਨੇ ਤੇ ਤੇਰੀਆਂ ਹੀ ਬੁਰਾਈਆਂ ਨੇ, ਤੇਰੇ ਹੀ ਕਰਮ ਨੇ, ਚੰਗੇ ਨੇ ਜਾਂ ਮਾੜੇ ਨੇ, ਉਹਨਾਂ ਅਨੁਸਾਰ ਹੀ ਤੇਰਾ ਜਿਹੜਾ ਨਿਆਂ ਹੈ ਉਹ ਹੋਣਾ ਹੈ। ਪਰ ਫਿਰ ਇੱਕ ਗੱਲ ਕਹੀ, ਕਹਿੰਦੇ ਜਿਨੀ ਨਾਮ ਤੇ ਆਇਆ, ਜਿਨ੍ਹਾਂ ਨੇ ਉਸ ਪਰਮਾਤਮਾ ਦੇ ਨਾਮ ਨੂੰ ਤੇ ਆਇਆ, ਉਸ ਪਰਮਾਤਮਾ ਦੇ ਨਾਮ ਨੂੰ ਜਪਿਆ। ਜਿਨੀ ਨਾਮ ਤੇ ਆਇਆ, ਹੋਇਆ ਕਿ ਗਏ ਮਸ਼ੱਕਤ ਘਾਲ, ਬੜੀਆਂ ਮਸ਼ੱਕਤਾਂ, ਬੜੀ ਘਾਲਣਾ ਉਹਨਾਂ ਆਪਣੇ ਜੀਵਨ ਦੇ ਅੰਦਰ ਘਾਲੀ। ਜਿਨ੍ਹਾਂ ਨੇ ਪਰਮਾਤਮਾ ਨੂੰ ਪਾਉਣ ਵਾਸਤੇ ਬੜੀ ਘਾਲਣਾ ਘਾਲੀ, ਬੜੀ ਮਿਹਨਤ ਕੀਤੀ, ਬੜੇ ਯਤਨ ਕੀਤੇ। ਜਿਨ੍ਹਾਂ ਅੰਮ੍ਰਿਤ ਵੇਲਾ ਸਾਂਭਿਆ, ਬਾਣੀ ਪੜ੍ਹੀ, ਬਾਣੀ ਨੂੰ ਵਿਚਾਰਿਆ, ਜਿਨ੍ਹਾਂ ਆਪਣੇ ਕਰਮ ਚੰਗਿਆਈ ਵਾਲੇ ਪਾਸੇ ਹੀ ਰੱਖੇ, ਬੁਰਾਈ ਵਾਲੇ ਪਾਸੇ ਨਹੀਂ ਗਏ। ਜਿਨੀ ਨਾਮ ਤੇ ਆਇਆ, ਜਿਨ੍ਹਾਂ ਨੇ ਨਾਮ ਤੇ ਆਇਆ, ਬੰਦਗੀ ਕੀਤੀ। ਵੇਖੋ ਬਾਬਾ ਫਰੀਦ ਸਾਹਿਬ ਇੱਕ ਦਿਨ ਨਾ ਖੁਦਾ ਤੋਂ ਕੁਝ ਮੰਗ ਰਹੇ ਸਨ ਤੇ ਮੰਗਦਿਆਂ ਮਨ ਦੇ ਅੰਦਰ ਆਇਆ ਕਿ ਕੀ ਮੰਗਾ ਮੈਂ, ਸੰਸਾਰ ਮੰਗ ਲਿਆ ਤੇ ਨਿਰੰਕਾਰ ਰਹਿ ਜਾਣਾ ਹੈ, ਇਵੇਂ ਹੀ ਹੈ ਨਾ। ਉਹਨਾਂ ਕਹਿੰਦੇ ਝੋਲੀ ਅੱਡ ਲਈ, ਤੇ ਝੋਲੀ ਅੱਡ ਕੇ ਉਸ ਖੁਦਾ ਦੇ ਕੋਲੋਂ ਪਤਾ ਕੀ ਮੰਗਿਆ। ਕਹਿੰਦੇ ਐ ਖੁਦਾ, ਜੇ ਅੱਜ ਰਹਿਮਤ ਦੇ ਘਰ ਦੇ ਅੰਦਰ ਆਇਆ ਤੇ ਮੇਰੀ ਝੋਲੀ ਦੇ ਅੰਦਰ ਖੈਰ ਪਾ ਤੇ ਬੰਦਗੀ ਦੀ ਖੈਰ ਪਾ। ਖੈਰ ਭੀਖ ਨੂੰ ਕਹਿੰਦੇ ਆ ਨਾ, ਮੈਂ ਭੀਖ ਮੰਗਦਾ, ਖੈਰ ਮੰਗਦਾ ਤੇਰੇ ਕੋਲੋਂ। ਇੱਕ ਰਹਿਮਤ, ਇੱਕ ਕਿਰਪਾ ਕਰ ਸ਼ੇਖ ਫਰੀਦਾ, ਖੈਰ ਦੀਜੈ ਬੰਦਗੀ। ਤੇ ਜਿਹੜਾ ਬੰਦਗੀ ਦੀ ਖੈਰ ਮੰਗ ਰਿਹਾ ਹੈ ਤੇ ਜਿਨੀ ਨਾਮ ਤੇ ਆਇਆ ਵੀ ਤੇ ਉਹੀ ਉਹਨਾਂ 'ਚ ਹੀ ਆਉਣਗੇ ਨਾ, ਉਹੀ ਆਉਣਗੇ। ਵੇਖੋ ਸਮਝਿਓ ਧਿਆਨ ਨਾਲ। ਇੱਕ ਹੈ ਜਿਹੜਾ ਕਹਿ ਰਿਹਾ ਹੈ ਕਿ ਖੈਰ ਦੀਜੈ ਬੰਦਗੀ, ਇੱਕ ਹੈ ਜਿਹਦੇ ਬਾਰੇ ਬਾਣੀ ਨੇ ਆਖਿਆ ਮਾਇਆ ਮਨੋ ਨਾ ਵੀਸਰੈ ਮੰਗੈ ਦਮਾ ਦਮ, ਦਮ ਹਰ ਦਮ ਨਾਲ ਦਮੜੇ ਮੰਗ ਰਿਹਾ ਹੈ। ਮੰਗ ਉਹਦੇ ਕੋਲੋਂ ਹੀ ਰਿਹਾ ਹੈ ਨਾ, ਜਿਹਦੇ ਅੰਦਰੋਂ ਮਾਇਆ ਵਿਸਰਦੀ ਨਹੀਂ, ਮਾਇਆ ਮਨ ਦੇ ਅੰਦਰੋਂ ਨਿਕਲ ਨਹੀਂ ਰਹੀ, ਤੇ ਜਿਹੜਾ ਹਰ ਦਮ ਨਾਲ, ਹਰ ਸਾਹ ਨਾਲ ਦਮੜੇ ਮੰਗ ਰਿਹਾ। ਮਾਇਆ ਮਨੋ ਨਾ ਵੀਸਰੈ ਮੰਗੈ ਦਮਾ ਦਮ, ਦਮ ਨਾਲ, ਸਾਹ ਨਾਲ ਦਮੜੇ ਮੰਗਦਾ ਹੈ। ਉਹ ਹੁਣ ਕਿਵੇਂ, ਉਹਦੀਆਂ ਤੇ ਬੁਰਾਈਆਂ ਹੀ ਆਈਆਂ ਨਾ, ਉਹਦੀਆਂ ਚੰਗਿਆਈਆਂ ਕਿਵੇਂ ਆਉਣਗੀਆਂ? ਚੰਗਿਆਈਆਂ ਤੇ ਉਹਦੀਆਂ ਜਿਹੜਾ ਖੈਰ ਦੀਜੈ ਬੰਦਗੀ ਮੰਗ ਰਿਹਾ, ਜਿਹੜਾ ਕਹਿ ਰਿਹਾ ਸੱਚੇ ਪਾਤਸ਼ਾਹ ਕਿਰਪਾ ਕਰ। ਜੇ ਦੇਣ ਲੱਗਾ ਹੈ ਨਾ, ਜਿਹੜਾ ਮੰਗਦਾ ਹੀ ਇਹ ਹੈ, ਮੰਗ ਨਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣਾ। ਹਰ ਜਸ ਜਿਹੜਾ ਮੰਗ ਰਿਹਾ ਹੈ, ਜਿਹੜਾ ਕਹਿ ਰਿਹਾ ਹੈ ਕਿ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਉਹ ਮੰਗ ਰਿਹਾ ਹੈ ਕਿ ਦੇਹ ਨਾਮ ਸੰਤੋਖੀ ਆ। ਉਹ ਤੇ ਕੁਝ ਹੋਰ ਮੰਗ ਹੀ ਨਹੀਂ ਰਿਹਾ। ਨਾਮ ਜਿਨੀ ਨਾ ਫਿਰ ਧਿਆਇਆ ਵੀ ਉਹਨਾਂ ਨੇ ਆ ਨਾ, ਉਹ ਕਿਵੇਂ ਧਿਆ ਸਕਦਾ ਹੈ ਜਿਹੜਾ ਦਮੜੇ ਮੰਗ ਰਿਹਾ ਹੈ ਹਰ ਦਮ ਨਾਲ? ਸਾਨੂੰ ਆਦਮ ਪਤਾ ਕਿਉਂ, ਆਦਮੀ ਕਿਉਂ ਕਿਹਾ ਜਾਂਦਾ ਹੈ? ਆਦਮ ਕਿਉਂ ਕਿਹਾ ਜਾਂਦਾ ਹੈ? ਕਿਉਂਕਿ ਆ ਦਮ, ਦਮ ਆਇਆ ਤੇ ਆਦਮੀ ਹੈ, ਜਦੋਂ ਦਮ ਨਾ ਆਇਆ ਤੇ ਕੁਝ ਵੀ ਨਹੀਂ ਹੈ ਨਾ। ਅਸੀਂ ਉਸ ਹਰ ਦਮ ਨਾਲ ਦਮੜੇ ਮੰਗਣ ਲੱਗ ਪਏ। ਗੁਰੂ ਸਾਹਿਬ ਨੇ ਇੱਥੇ ਬੋਲ ਕੇ ਫਿਰ ਜਿੰਨਾ ਬਾਣੀ ਮੰਗੀ, ਨਾਮ ਮੰਗਿਆ, ਉਹਨਾਂ ਧਿਆਇਆ ਵੀ, ਤੇ ਜਿੰਨਾ ਧਿਆਇਆ, ਜਿਨੀ ਨਾਮ ਧਿਆਇਆ, ਬੜੀਆਂ ਮਸ਼ੱਕਤਾਂ, ਬੜੀਆਂ ਘਾਲਣਾ ਕੀਤੀਆਂ, ਨਾਨਕ ਤੇ ਮੁਖ ਉਜਲੇ। ਹੁਣ ਸੁਣਿਓ, ਮੈਂ ਸਾਖੀ ਇੱਕ ਇਤਿਹਾਸ 'ਚੋਂ ਸੁਣਾਉਣ ਲੱਗਾ ਸੀ, ਉੱਥੇ ਤਾਂ ਰੁਕ ਗਿਆ ਸੀ। ਮੈਂ ਕਿਹਾ ਇੱਥੇ ਆ ਕੇ ਉਹ ਸੁਣਾਊਂਗਾ ਤੁਹਾਨੂੰ। ਵੇਖੋ ਇਹ ਗੱਲ ਜ਼ਰੂਰ ਹੈ, ਚੰਗਿਆਈਆਂ ਬੁਰਾਈਆਂ ਆਪਣੀਆਂ ਆਪਣੀਆਂ, ਪਰ ਜਦੋਂ ਸਿੱਖ ਜਿਨੀ ਨਾਮ ਧਿਆਏ ਵਾਲੇ ਪਾਸੇ ਆਉਂਦਾ ਹੈ ਨਾ,
जे ਉਹਦਾ ਮਨ ਡੋਲਣ ਵੀ ਲੱਗਦਾ ਹੈ ਤੇ ਗੁਰੂ ਡੋਲਣ ਨਹੀਂ ਜੇ ਦਿੰਦਾ। ਵਿਸ਼ਵਾਸ ਹੋਵੇ ਗੁਰੂ ਤੇ, ਭਰੋਸਾ ਹੋਵੇ ਗੁਰੂ ਤੇ। ਜੇ ਉਹ ਡੋਲਣ ਵੀ ਲੱਗਦਾ ਹੈ ਨਾ, ਜਿਸ ਦਿਨ ਜੋਗਾ ਆਇਆ ਸੀ ਨਾ ਗੁਰੂ ਗੋਬਿੰਦ ਸਿੰਘ ਕੋਲ ਆਨੰਦਪੁਰ ਸਾਹਿਬ ਦੀ ਧਰਤੀ ਤੇ, ਛੋਟਾ ਸੀ ਅਜੇ, ਕਲਗੀਆਂ ਵਾਲੇ ਨੇ ਆਖਿਆ ਸੀ ਤੇਰਾ ਨਾਂ ਕੀ? ਕਹਿੰਦਾ ਜੀ ਜੋਗਾ। ਉਮਰ ਥੋੜ੍ਹੀ ਸੀ। ਹੱਸ ਕੇ ਗੁਰੂ ਸਾਹਿਬ ਕਹਿੰਦੇ ਕਿਹਦੇ ਜੋਗਾ? ਸੱਚੇ ਪਾਤਸ਼ਾਹ ਤੁਹਾਡੇ ਜੋਗਾ। ਕਹਿੰਦੇ ਸੀ ਵੇਖਾਂਗੇ ਕਿਸੇ ਦਿਨ, ਵੇਖਾਂਗੇ ਕਿਸੇ ਦਿਨ, ਸੱਚਮੁੱਚ ਸਾਡੇ ਜੋਗਾ। ਪਰਿਵਾਰ ਆਇਆ, ਪਾਤਸ਼ਾਹ ਇਹਦੇ ਆਨੰਦ ਕਰਨੇ ਨੇ, ਇਹਦਾ ਵਿਆਹ ਕਰਨਾ ਹੈ, ਲੈ ਗਏ ਵਾਪਸ। ਗੁਰੂ ਸਾਹਿਬ ਨੇ ਨਾ ਮਗਰ ਹੀ ਸਿੱਖ ਇੱਕ ਭੇਜਤਾ, ਚਿੱਠੀ ਦੇ ਕੇ, ਹੁਕਮ ਦੇ ਕੇ, ਮਗਰ ਹੀ। ਧਿਆਨ ਨਾਲ ਸੁਣਿਓ, ਉਹ ਗੱਲ ਨਹੀਂ ਬਣਦੀ ਕਿ ਸਿੱਖ ਲਾਵਾਂ ਵਿੱਚ ਛੱਡ ਕੇ ਕਦੇ ਨਹੀਂ ਆ ਸਕਦਾ। ਸਿੱਖ ਬਾਣੀ ਛੱਡ ਕੇ ਮਰਦਾ ਮਰ ਜਾਏਗਾ, ਸਿੱਖ ਬਾਣੀ ਲਾਵਾਂ ਛੱਡ ਕੇ ਨਹੀਂ ਜੇ ਆ ਸਕਦਾ। ਇਹ ਗੁਰੂ ਦਾ ਹੁਕਮ ਹੈ। ਕਈਆਂ ਨੇ ਆਖਿਆ 2 ਲਾਵਾਂ ਰਹਿੰਦੀਆਂ ਸਨ, ਨਹੀਂ, ਆਨੰਦ ਕਾਰਜ ਹੋ ਗਏ ਸਨ। ਉਸ ਤੋਂ ਬਾਅਦ ਜਦੋਂ ਗ੍ਰਸਤੀ ਜੀਵਨ ਦੀ ਸ਼ੁਰੂਆਤ ਹੋਣੀ, ਉਦੋਂ ਸਿੱਖ ਨੇ ਚਿੱਠੀ ਹੱਥ ਦਿੱਤੀ ਸੀ, ਆ ਗੁਰੂ ਗੋਬਿੰਦ ਸਿੰਘ ਦਾ ਹੁਕਮ ਹੈ ਤੇਰੇ ਲਈ ਕਿ ਜਿਵੇਂ ਜਿਸ ਹਾਲਤ ਵਿੱਚ ਆਨੰਦਪੁਰ ਸਾਹਿਬ ਆ ਜਾ। ਪਰਿਵਾਰ ਨੇ ਰੋਕਿਆ, ਰਿਸ਼ਤੇਦਾਰਾਂ ਨੇ, ਸਭ ਨੇ ਰੋਕਿਆ। ਕਹਿੰਦਾ ਨਾ, ਗੁਰੂ ਦਾ ਹੁਕਮ ਮੇਰੇ ਲਈ ਸਭ ਤੋਂ ਵੱਡਾ ਹੈ, ਮੈਂ ਇਹਨੂੰ ਮੋੜ ਨਹੀਂ ਸਕਦਾ। ਘੋੜੇ 'ਤੇ ਚੜ੍ਹਿਆ, ਚੱਲ ਪਿਆ ਆਨੰਦਪੁਰ ਸਾਹਿਬ ਵੱਲ। ਜੋਗਾ, ਸੱਚਮੁੱਚ ਗੁਰੂ ਜੋਗਾ। ਜਦੋਂ ਰਸਤੇ ਦੇ ਅੰਦਰ ਹੁਸ਼ਿਆਰਪੁਰ ਸੁੱਤਾ ਆ ਕੇ ਰਾਤ ਮਨ ਡੋਲਿਆ, ਵੇਸ਼ਵਾ ਦੇ ਚੁਬਾਰੇ ਦੀਆਂ ਪੌੜੀਆਂ ਚੜ੍ਹਨ ਲੱਗਾ ਹੈ। ਬੜੀ ਵਾਰ ਇਤਿਹਾਸ ਸੁਣਿਆ ਤੁਸੀਂ, ਇਹ ਮੈਂ ਸੰਖੇਪ ਵਿੱਚ ਦੱਸ ਰਿਹਾ। ਹੁਣ ਇੱਥੇ ਵੀ ਕਰਮੀ ਆਪੋ ਆਪਣੀ ਹੈ ਨਾ, ਇੱਥੇ ਵੀ ਚੰਗਿਆਈਆਂ ਅਤੇ ਬੁਰਾਈਆਂ ਆਪੋ ਆਪਣੀਆਂ ਨੇ ਨਾ। ਪਰ ਜਦੋਂ ਡੋਰੀ ਗੁਰੂ 'ਤੇ ਸੱਟ ਦਿੰਦੇ ਆ ਨਾ, ਆ ਮੈਂ ਅਖੀਰ 'ਤੇ ਕਿਉਂ ਆਇਆ, ਕਿਉਂ? ਕਿਉਂਕਿ ਜਪਜੀ ਸਾਹਿਬ ਇੰਨੀ ਵਿਸ਼ਾਲ ਬਾਣੀ ਹੈ ਨਾ, ਇੱਥੇ ਚੰਗਿਆਈਆਂ ਬੁਰਾਈਆਂ ਕਹਿ ਕੇ ਕੀਤੀ ਛੁੱਟੀ ਨਾਲ ਵੀ ਕਹਿ ਦਿੱਤਾ ਵੀ ਜਿਨ੍ਹਾਂ ਕੋਲ ਬੁਰਾਈਆਂ ਨੇ, ਬੰਦਗੀ ਕਰਨ ਵਾਲੇ ਇਹੋ ਜਿਹੇ ਪਤਾ ਨਹੀਂ ਕਿੰਨਿਆਂ ਨੂੰ ਆਪਣੇ ਨਾਲ ਲੈ ਜਾਂਦਾ ਹੈ। ਫਿਰ ਸਮਝੋ ਇਸ ਗੱਲ ਨੂੰ, ਚੰਗਿਆਈਆਂ ਵਾਲਾ ਜਾਏਗਾ ਨਾ ਨਾਲ, ਚੰਗਿਆਈਆਂ ਵਾਲਾ ਪ੍ਰਵਾਨ ਹੋਏਗਾ। ਪਰ ਗੁਰੂ ਕਹਿੰਦਾ ਨਹੀਂ, ਜਿਹਦੇ ਕੋਲ ਬੰਦਗੀ ਹੈ ਨਾ, ਜਿਹਨੇ ਨਾਮ ਤੇ ਆਇਆ, ਮਸ਼ੱਕਤਾਂ ਘਾਲਣਾ ਘਾਲੀਆਂ, ਜਿਹਦੇ ਕੋਲ ਗੁਰੂ ਦੀਆਂ ਰਹਿਮਤਾਂ, ਜਿਹਨੇ ਪ੍ਰਭ ਡੋਰੀ ਹਾਥ ਤੁਮਾਰੇ, ਜਿਹਦੀ ਅਵਸਥਾ ਬਣ ਗਈ, ਉਹ ਪਤਾ ਨਹੀਂ ਇਹੋ ਜਿਹੇ ਕਿੰਨਿਆਂ ਨੂੰ, ਬੁਰਾਈਆਂ ਵਾਲਿਆਂ ਨੂੰ ਵੀ ਆਪਣੇ ਨਾਲ ਪਾਰ ਉਤਾਰਾ ਕਰਵਾ ਕੇ ਲੈ ਜਾਂਦਾ। ਪੌੜੀਆਂ ਚੜ੍ਹਨ ਲੱਗਾ ਵੇਸ਼ਵਾ ਦੀਆਂ, ਅੱਗੇ ਚੌਬਦਾਰ ਕਹਿੰਦੇ ਪਹਿਰੇਦਾਰ ਨੂੰ, ਖੜਾ ਪੌੜੀਆਂ ਦੇ ਵਿੱਚ। ਉਹਨੇ ਰੋਕ ਲਿਆ, ਕਹਿੰਦਾ ਰੋਕ, ਜੋਗੇ ਨੂੰ ਰੋਕ ਲਿਆ। ਕਹਿੰਦਾ ਤੇਰੇ ਵੇਸ਼ ਭੂਸ਼ਾ ਪਹਿਰਾਵੇ ਤੋਂ ਲੱਗਦਾ ਹੈ ਕਿ ਤੂੰ ਆਨੰਦਪੁਰ ਦਾ ਵਾਸੀ ਹੈ। ਆਨੰਦਪੁਰ ਦਾ ਵਾਸੀ ਸਮਝਦੇ ਹੋ ਨਾ ਗੱਲ ਨੂੰ? ਇਹ ਬੜੀ ਵੱਡੀ ਗੱਲ ਹੈ। ਅਸੀਂ ਆਨੰਦਪੁਰ ਦੇ ਵਾਸੀ ਹਾਂ ਸਾਰੇ, ਸਾਡਾ ਜਨਮ ਸਥਾਨ ਆਨੰਦਪੁਰ ਹੈ, ਕੇਸਗੜ੍ਹ ਸਾਹਿਬ ਹੈ। ਉਹ ਚੌਬਦਾਰ ਨੇ ਆਖਿਆ, ਕਹਿੰਦੇ ਲੱਗਦਾ ਤੂੰ ਆਨੰਦਪੁਰ ਦਾ ਵਾਸੀ ਹੈ, ਅਤੇ ਜਿੱਥੋਂ ਤੱਕ ਮੈਨੂੰ ਪਤਾ ਆਨੰਦਪੁਰ ਦੇ ਵਾਸੀ ਤਾਂ ਇਹੋ ਜਿਹੀਆਂ ਥਾਵਾਂ ਵੱਲ ਵੇਖਦੇ ਨਹੀਂ, ਅਤੇ ਤੂੰ ਇਹ ਪੌੜੀਆਂ ਚੜ੍ਹਨ ਲੱਗਾ ਹੈ। ਜਾਂ ਮੁੜ ਜਾ, ਵਾਪਸ ਆਪਣੇ ਗੁਰੂ ਕੋਲ ਚਲਾ ਜਾ। ਉਤਰ ਆਇਆ ਪੌੜੀਆਂ, ਘੋੜੇ 'ਤੇ ਚੜ੍ਹਿਆ ਅਤੇ ਆਨੰਦਪੁਰ ਸਾਹਿਬ ਚਲਾ ਗਿਆ। ਦਿਨੇ ਦੀਵਾਨ ਸਜਿਆ, ਪਹੁੰਚਿਆ ਗੁਰੂ ਸਾਹਿਬ ਕੋਲ, ਮੱਥਾ ਟੇਕਿਆ ਅਤੇ ਦਰਸ਼ਨ ਕਰਨ ਲਈ ਮੂੰਹ ਉੱਪਰ ਚੱਕਿਆ। ਗੁਰੂ ਸਾਹਿਬ ਦੀਆਂ ਅੱਖਾਂ ਲਾਲ ਸਨ। ਕਹਿੰਦਾ ਪਾਤਸ਼ਾਹ ਸੁੱਤੇ ਨਹੀਂ ਰਾਤ? ਕੀ ਗੱਲ? ਗੁਰੂ ਸਾਹਿਬ ਪਤਾ ਹੀ ਕਹਿੰਦੇ ਜੋਗਿਆ ਤੂੰ ਸਾਰੀ ਰਾਤ ਸੌਣ ਹੀ ਨਹੀਂ ਦਿੱਤਾ। ਤੂੰ ਸੌਣ ਦਿੰਦਾ ਤੇ ਅਸੀਂ ਸੌਂਦੇ। ਸਾਰੀ ਰਾਤ ਉਹ ਵੇਸ਼ਵਾ ਦੀਆਂ ਪੌੜੀਆਂ 'ਤੇ ਤੂੰ ਸਾਨੂੰ ਖੜੇ ਕਰ ਰੱਖਿਆ। ਦੇਖੋ ਗੁਰੂ ਆਪਣੇ ਸਿੱਖ ਲਈ ਕਿਸ ਹੱਦ ਤੱਕ ਜਾ ਸਕਦਾ, ਬਸ਼ਰਤੇ ਉਹ ਸਿੱਖ ਹੋਵੇ। ਸਾਰੀ ਰਾਤ ਸਾਨੂੰ ਵੇਸ਼ਵਾ ਦੀਆਂ ਪੌੜੀਆਂ 'ਤੇ ਖੜਿਆ ਕਰ ਰੱਖਿਆ ਜੋਗਿਆ। ਡਿੱਗ ਪਿਆ, ਸਿਰ ਰੱਖ ਲਿਆ ਚਰਨਾਂ 'ਤੇ, ਪਾਤਸ਼ਾਹ ਉਹ ਤੁਸੀਂ ਸੀ। ਵੇਖੋ ਸਮਝੋ, ਮੈਂ ਇਹ ਤਾਂ ਕਹਿ ਰਿਹਾ, ਇਹ ਮੈਂ ਪਤਾ ਤੁਹਾਨੂੰ ਸਾਖੀ ਕਿਉਂ ਸੁਣਾਈ, ਸ਼ਾਰਟ ਵਿੱਚ ਤਾਂ ਸੁਣਾਈ। ਪਹਿਲੀ ਗੱਲ ਤੇ ਮਨ ਵਿੱਚ ਆਏਗਾ ਕਿ ਜੇ ਚੰਗਿਆਈਆਂ ਬੁਰਾਈਆਂ ਆਪੋ ਆਪਣੀਆਂ ਨੇ, ਚੰਗਿਆਈਆਂ ਵੀ ਮੇਰੀਆਂ, ਬੁਰਾਈਆਂ ਵੀ ਮੇਰੀਆਂ, ਕਰਮ ਵੀ ਮੇਰੇ ਆਪਣੇ ਨੇ, ਉਹੀ ਵਿਚਾਰੇ ਜਾਣੇ ਨੇ। ਚੰਗੇ ਹੋਏ ਤੇ ਉਹਦੇ ਹਿਸਾਬ ਨਾਲ, ਮਾੜੇ ਹੋਏ ਤੇ ਉਹਦੇ ਹਿਸਾਬ ਨਾਲ। ਪਰ ਇੱਥੇ ਗੁਰੂ ਸਾਹਿਬ ਨੇ ਕਹਿ ਦਿੱਤਾ ਜੇ ਤੇਰੇ ਕਰਮ ਮਾੜੇ ਵੀ ਨੇ ਨਾ, ਜੇ ਤੇਰੇ ਕੋਲ ਬੁਰਾਈਆਂ ਹੀ ਨੇ, ਚੰਗਿਆਈਆਂ ਨਾ ਵੀ ਹੈਗੀਆਂ, ਨਹੀਂ ਵੀ ਨਾ ਕੋਈ, ਤੇ ਫਿਰ ਇੱਕ ਗੱਲ ਸਮਝ ਲੈ, ਜੇ ਤੂੰ ਜਿੰਨੀ ਨਾਮ ਧਿਆਇਆ, ਜਿੰਨਾ ਬੰਦਗੀ ਕੀਤੀ, ਮਸ਼ੱਕਤਾਂ ਕੀਤੀਆਂ, ਘਾਲਣਾ ਘਾਲੀਆਂ, ਜੇ ਤੂੰ ਉਹਨਾਂ ਦੀ ਸ਼ਰਨ ਵਿੱਚ ਆ ਗਿਆ ਤੇ ਉਹ ਪਤਾ ਨਹੀਂ ਤੇਰੇ ਵਰਗੇ ਕਿੰਨਿਆਂ ਕੁ ਨੂੰ ਆਪਣੇ ਨਾਲ ਲੈ ਜਾਂਦੇ ਨੇ।
बंदगी करने वाले। गुरु बख्शदा है बंदगी करने वालियां नूं ये समर्था दिती है। तुसीं कहोगे किवें? मैं एक उदाहरण दे के समाप्ति वाले पासे आवां। सुखमनी साहिब आपां रोज़ पढ़ते हैं सारे, सब नूं लगभग जुबानी इहदियां सारियां पंक्तियां सानूं याद ने। लड़ीवार भावें ना कईयां नूं होवे, ये भी पंक्तियां तुहानूं याद ने जिहड़ियां सुणाउण ਚੱਲਿਆ। पंजवें पातशाह गुरु अर्जन देव जी ने आख्या, धन 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 जन आया, जिस प्रसाद सब जगत तराया। जन आवन का यह सुआओ, जन कै संग चित आवै नाओ। आप मुकत, पढ़ो उच्ची पढ़ो, आप मुकत मानदे हो ना केती छुट्टी नाल। पर जिहड़ा आप मुकत है उही संसार नूं मुक्त कर सकदा है ना। जिन्ने नाम ते आया उही, दूजे नहीं। ਜਿਹੜੇ उस बंदगी नाल नाम नाल जुड़ गए, जिन्हां ने नाम नूं ध्या लिया, नाम नूं जप लिया, जिन्हां दे रोम रोम यह बाणी जो जियो जाने, जिन्हां बाणी नूं अपना जीवन बना लिया, तो बाणी ही जीवन, जीवन ही बाणी, सब कुछ एक मिक हो गया। तिस अंतर रवै हरनामा, जिन्नी नाम ध्याया दियां ते उदाहरणां ही बड़ियां ने बाणी विच। सुखमनी साहिब सारी पढ़ लो। शुरुआत गुरु साहब ने की ते आख्या, सिमरो सिमर सिमर सुख पावो। इत्थों शुरुआत है ना, सिमरदा जा। फिर विच जाके आख्या इसे बाणी दे सुखमनी साहब दे, कहंदे प्रभ का सिमरन सब ते सब तो उच्चा है परमात्मा का सिमरन। एवें नहीं जिन्नी नाम ते आया वो अपने नाल पता नहीं किन्नियां को लै गए। अखीर ते जाके इसे बाणी विच फिर गुरु साहब ने बोल के अखीर ते जाके पहला आख्या, साथ साथ सिमरो गोबिंद। अखीर तक ही, खैर मैं अखीरले कल्ले बोल क्यों सुनावां, शुरू तो अखीर तक जपजी वाहिगुरू सुखमनी साहिब दे अंदर सिमरन दा ही जिक्र है, नाम दा ही जिक्र है भी जप लै। सुखमनी सुख अमृत प्रभ, सुखमनी की है? परमात्मा दा अमृत रूपी नाम ही सुखमणी जे, यही है, कोई होर सुखां दी मणी वखरी नहीं है। जिन्नी नाम ते आया गए मशक्कत काल, आख्या नानक ते मुख उजले। उन्हां दे मुख उजले, वो अपना मूँह अपना मुख उजला करके लै गए, उजला। नानक ते मुख उजले केती छुट्टी नाल। आप ते उजला मुख उन्हां दा होया, पर पता नहीं किन्नियां नूं, केती किन्ने ही अणगिनत बेअंत जिन्हां दा छुटकारा उन्हां बंदगी करन वालियां ने करवा दिता, जिन्हां दा पार उतारा उन्हां बंदगी करन वालियां दी संगत करन वालियां दा हो गया। पता ही नहीं किन्ने, केती केते किन्ने बेअंती। ते गुरु अंगद साहब ने ना इसे श्लोक का थोड़ा जिहा विस्तार किया। उन्हें आख्या, गए मशक्कत का नानक ते मुख उजले, होर केती छुट्टी नाल। ये भी गुरु ग्रंथ साहब के अंदर ही है कि जिन्हां बंदगी की आप तो उन्होंने छुटकारा होया ही है, वो होर भी बड़ियां दा छुटकारा उन्होंने अपने नाल करवा दिता। उत्थे फिर किन्नी विशालता है बाणी दी इसदी। उत्थे फिर ना चंगियाइयां दी गल रह गई। देखो पहलों गुरु साहब ने कह दिता भी तेरियां ही चंगियाइयां ने ते तेरियां ही बुराइयां ने, तेरे ही अपने कर्म हैं। पर जे तू बंदगी नाम जपन वाले की संगत विच आ गया, शरण विच आ गया, उसका आसरा लै लिया, तो फिर एक गल समझ लै, वो आप भी इस संसार तो रुखसत जदों होएगा, वो दर ते प्रवान होएगा उहदे ते तेरे वर्गियां दियां फिर उत्थे चंगियाइयां बुराइयां एक पासे हो गई, फिर वो गल खत्म ही हो गई। फिर वो तेरे वर्गियां नूं पता नहीं किन्नियां को अपने नाल लै जाएगा। जिन्नी नाम ते आया, पर वो जिन्हें एक ओंकार नूं सिमरिया है, किसी होर दा नाम नहीं। ये नहीं कि कोई किसी का नाम कोई किसी का जपन लग जाए। जिन्हें वाहिगुरू नूं जपिया, अल्लाह नूं जपिया, राम नूं जपिया, रहीम नूं जपिया, ना एक वखरे ने है एक, जिन्हें उस एक तां ही शब्द असीं वरतदे हां, एक ओंकार। जिन्हें एक ओंकार नूं जपिया, उहदा रूप हो गया, वो आप भी इस संसार तो उहदा छुटकारा होया ते बेअंत नूं छुड़ा के लै गया। सो इन्नियां को बेनतियां प्रवान कर लैनियां। कई बार ये आपां विचार जो है वो जपजी साहिब दी कीती है।
ਅਸੀਂ ਕਦੇ ਵੀ ਇਸ ਗੱਲ ਦੀ ਹਾਮੀ ਨਹੀਂ ਭਰਾਂਗੇ ਕਿ ਜੋ ਅਸੀਂ ਵਿਚਾਰ ਕੀਤੀ ਉਹ ਕਰੈਕਟ ਹੈ। ਮੈਂ ਕਦੇ ਵੀ ਇਸ ਗੱਲ ਦੀ ਹਾਮੀ ਨਹੀਂ ਭਰਾਂਗਾ। ਜੇ ਮੈਂ ਭਰਾਂਗਾ ਤਾਂ ਸ਼ਾਇਦ ਮੇਰੇ ਤੋਂ ਵੱਡਾ ਕੋਈ ਮੂਰਖ ਨਹੀਂ ਹੋ ਸਕਦਾ। ਇਹ ਬਾਣੀ ਵਿਸ਼ਾਲ ਹੈ। ਇਸ ਬਾਣੀ ਦੇ ਅਰਥ ਵੀ ਵਿਸ਼ਾਲਤਾ ਰੱਖਦੇ ਨੇ। ਇਹ ਗੁਰੂ ਨਾਨਕ ਦੀ, ਗੁਰੂ ਬਾਬੇ ਦੀ ਬਾਣੀ ਹੈ, ਗੁਰੂ ਨਾਨਕ ਦੀ ਬਾਣੀ। ਤੇ ਮੈਂ ਇਹ ਆਮ ਕਹਿੰਦਾ ਹੁੰਦਾ ਕਿ ਇਸ ਬਾਣੀ ਦੇ ਅਰਥ ਵੀ ਜੇ ਕਰਨੇ ਨੇ ਤਾਂ ਉਹ ਗੁਰੂ ਬਾਬਾ ਹੀ ਕਰ ਸਕਦਾ। ਅਸਲੀਅਤ ਹੈ, ਐਵੇਂ ਨਹੀਂ। ਗੁਰੂ ਸਾਹਿਬਾਨ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵੀ ਬਾਣੀ ਦੇ ਅਰਥ ਕਰਦੇ ਹੁੰਦੇ ਸਨ, ਬਾਣੀ ਦੀ ਕਥਾ ਕਰਦੇ ਹੁੰਦੇ ਸਨ ਸਿੱਖਾਂ ਦੇ ਕੋਲ। ਇਸ ਬਾਣੀ ਦੇ ਅਰਥ ਸੱਚਮੁੱਚ ਵਿਸ਼ਾਲਤਾ ਮੰਗਦੇ ਨੇ। ਸੋ ਜਿੰਨੀ ਕੁ ਮੱਤ ਗੁਰੂ ਸਾਹਿਬ ਨੇ ਬਖਸ਼ੀ ਹੈ ਉਹਦੇ ਅਨੁਸਾਰ ਇਸ ਬਾਣੀ ਦੀ ਵਿਚਾਰ ਦਾਸਰਿਆਂ ਨੇ ਆਪ ਨਾਲ ਕੀਤੀ ਹੈ। ਬੇਅੰਤ ਭੁੱਲਾਂ, ਮੈਂ ਕਦੇ ਨਹੀਂ ਕਹਿੰਦਾ ਕਿ ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ, ਮੈਂ ਕਹਿੰਦਾ ਜੀ ਹੋ ਗਈਆਂ ਹਨ। ਤੁਸੀਂ ਬਖਸ਼ਣਹਾਰ ਹੋ ਮੇਰੇ ਸੱਚੇ ਪਾਤਸ਼ਾਹ, ਬਖਸ਼ ਲੈਣਾ, ਰਹਿਮਤ ਕਰਨੀ। ਆਪ ਸੰਗਤ ਨੇ ਵੀ ਅਸੀਸ ਬਖਸ਼ਣੀ ਕਿ ਇਸੇ ਤਰ੍ਹਾਂ ਆਪ ਸੰਗਤਾਂ ਦੇ ਝਾੜੂ ਬਰਦਾਰ ਬਣੇ ਰਹੀਏ, ਆਪ ਦੇ ਜੋੜੇ ਝਾੜਦੇ ਰਹੀਏ, ਸੇਵਾ ਕਰਦੇ ਰਹੀਏ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਕੋਟਾਨ ਕੋਟ ਸ਼ੁਕਰਾਨਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਇਹ ਸੇਵਾ ਆਪ ਕਰਵਾਈ। ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ, ਖਾਸ ਤੌਰ 'ਤੇ ਸਾਡੇ ਵੱਡੇ ਵੀਰ ਭਾਈ ਸਾਹਿਬ ਸਿੰਘ ਜੀ ਦਾ, ਮੈਂ ਨਾਂ ਵੈਸੇ ਨਹੀਂ ਲੈਂਦਾ ਹੁੰਦਾ। ਬੜੇ ਦਿਨ ਹੋ ਗਏ ਸਨ ਇਹਨਾਂ ਦੇ ਫੋਨ ਆ ਰਹੇ ਸਨ। ਲੋਕਡਾਊਨ ਕਰਕੇ ਸਿਸਟਮ ਵਿਗੜ ਗਿਆ ਸਾਰਾ ਕਿ ਆਪਾਂ ਕੁਝ ਵੱਖਰਾ ਕਰੀਏ। ਉਹ ਫਿਰ ਤਾਂ ਹੀ ਜਪਜੀ ਸਾਹਿਬ ਦੀ ਕਥਾ ਦੀ ਆਰੰਭਤਾ ਹੋ ਸਕੀ, ਤਾਂ ਹੀ ਆਨਲਾਈਨ ਜਿਹੜੀਆਂ ਕਲਾਸਿਸ ਨੇ ਉਹ ਚੱਲੀਆਂ, ਉਹ ਆਰੰਭ ਹੋਈਆਂ। ਇਹ ਕੋਈ ਉੱਦਮ ਕਰਦਾ ਏ ਤੇ ਤਾਂ ਹੀ ਗੱਲ ਬਣਦੀ ਹੈ, ਉਸ ਤੋਂ ਬਿਨਾਂ ਨਹੀਂ। ਸੋ ਧੰਨਵਾਦ ਆਪ ਸਰਬੱਤ ਸੰਗਤ ਦਾ ਵੀ, ਅਸੀਸਾਂ ਬਖਸ਼ਦੇ ਰਹੋ। ਸੋ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰੋ। ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।